ਹੈਲੋ ਸਟੂਡੈਂਟਸ। ਸੋ ਅੱਜ ਦੇ ਆਪਣੇ ਵੀਡੀਓ ਦਾ ਟੌਪਿਕ ਆ ਫੰਡਾਮੈਂਟਲ ਆਫ ਇਨਕਮ ਟੈਕਸ। ਇਹ +2 ਕਲਾਸ ਦੇ ਲਈ ਵੀਡੀਓ ਆ। ਸੋ ਟੈਕਸੇਸ਼ਨ ਪ੍ਰੈਕਟਿਸ ਦੇ ਟ੍ਰੇਡ ਦਾ ਰਿਲੇਟਡ ਵੀਡੀਓ ਆ। ਸੋ ਇਸ ਵਿੱਚ ਅਸੀਂ ਟੈਕਸੇਸ਼ਨ ਪ੍ਰੈਕਟਿਸ ਟ੍ਰੇਡ ਦੇ ਵਿੱਚ ਜਿਹੜਾ ਫੰਡਾਮੈਂਟਲ ਆਫ ਇਨਕਮ ਟੈਕਸ ਸਬਜੈਕਟ ਆ ਉਹਦਾ ਅਸੀਂ ਫਸਟ ਚੈਪਟਰ ਕਵਰ ਕਰਾਂਗੇ। ਇਸ ਚੈਪਟਰ ਦੇ ਵਿੱਚ ਅਸੀਂ ਟਾਈਪ ਆਫ ਟੈਕਸਿਸ, ਰੇਟ ਆਫ ਟੈਕਸਿਸ, TDS ਰੇਟ ਐਂਡ ਕੰਪਿਊਟੇਸ਼ਨ ਆਫ ਟੈਕਸੇਸ਼ਨ ਲਾਇਬਿਲਿਟੀ, ਇਹ ਸਾਰੇ ਟੌਪਿਕ ਕਵਰ ਕਰਨੇ ਆ। ਸੋ ਫਸਟ ਚੈਪਟਰ ਦੇ ਵਿੱਚ ਟੌਪਿਕ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ। ਜਿਹੜਾ ਟੈਕਸ ਹੁੰਦਾ ਵਾ ਆਪਾਂ ਨੂੰ ਪਤਾ ਇਹ ਮੇਨ ਸੋਰਸ ਆ ਕਿਸੇ ਵੀ ਦੇਸ਼ ਦੀ ਗੌਰਮੈਂਟ ਲਈ ਰੈਵਨਿਊ ਦਾ। ਸੋ ਟੈਕਸਿਸ ਬੇਸਿਕਲੀ 2 ਟਾਈਪਸ ਦੇ ਹੁੰਦੇ ਆ। ਡਾਇਰੈਕਟ ਟੈਕਸ ਜੋ ਉਸ ਵਿਅਕਤੀ ਨੂੰ ਹੀ ਦੇਣੇ ਪੈਂਦੇ ਆ ਜਿਹਦੇ 'ਤੇ ਉਹ ਲਗਾਇਆ ਜਾਂਦਾ ਵਾ, ਇਹਨੂੰ ਪ੍ਰਤੱਖ ਕਰ ਕਹਿੰਦੇ ਆ। ਦੂਜੇ ਹੁੰਦੇ ਆ ਇਨਡਾਇਰੈਕਟ ਟੈਕਸ, ਅਪ੍ਰਤੱਖ ਕਰ, ਜਿਨ੍ਹਾਂ ਨੂੰ ਲਗਾਇਆ ਤਾਂ ਕਿਸੇ ਵਿਅਕਤੀ 'ਤੇ ਜਾਂਦਾ ਵਾ ਪਰ ਉਹਦਾ ਭੁਗਤਾਨ ਕਿਸੇ ਹੋਰ ਵਿਅਕਤੀ 'ਤੇ ਟਾਲਿਆ ਜਾ ਸਕਦਾ ਵਾ। ਬੇਸਿਕਲੀ ਆਪਣਾ ਜਿਹੜਾ ਸਬਜੈਕਟ ਆ ਉਹ ਡਾਇਰੈਕਟ ਟੈਕਸ ਨਾਲ ਜ਼ਿਆਦਾ ਕੰਸਰਨਡ ਆ, ਪਰ ਇਸ ਸਾਲ ਤੋਂ ਇਹਦੇ ਵਿੱਚ GST ਦੇ ਕੁਝ ਟੌਪਿਕਸ ਇਨਕਲੂਡ ਕੀਤੇ ਗਏ ਆ। ਸੋ ਜਿਹੜਾ ਆਪਣਾ ਫਸਟ ਚੈਪਟਰ ਹੋਊਗਾ ਉਹ ਉਸ ਦੇ ਵਿੱਚ ਅਸੀਂ ਸਿਰਫ ਡਾਇਰੈਕਟ ਟੈਕਸ ਦੇ ਰੇਟਸ ਦੇ ਰਿਗਾਰਡਿੰਗ ਸਟੱਡੀ ਕਰਾਂਗੇ। ਇਨਕਮ ਟੈਕਸ ਦੇ ਰਿਗਾਰਡਿੰਗ ਪ੍ਰੋਵੀਜ਼ਨਸ ਆ ਉਹਨਾਂ ਦੀ ਐਕਸਪਲੇਨੇਸ਼ਨ ਇਨਕਮ ਟੈਕਸ ਐਕਟ 1961 ਦੇ ਵਿੱਚ ਕੀਤੀ ਗਈ ਆ। ਇਨਕਮ ਟੈਕਸ ਬਾਰੇ ਜੋ ਵੀ ਨਿਊ ਪ੍ਰੋਵੀਜ਼ਨਸ ਹੁੰਦੀਆਂ ਵਾ ਉਹ ਗੌਰਮੈਂਟ ਦੁਆਰਾ ਐਨੂਅਲ ਬਜਟ ਦੇ ਵਿੱਚ ਡਿਕਲੇਅਰ ਕੀਤੀਆਂ ਜਾਂਦੀਆਂ ਵਾ। ਜਿਹੜਾ ਬਜਟ ਆ ਉਹ ਜਨਰਲੀ 1 ਫਰਵਰੀ ਨੂੰ ਡਿਕਲੇਅਰ ਕੀਤਾ ਜਾਂਦਾ। ਨੈਕਸਟ ਹੈਗਾ ਕਰ ਓਪਨ ਦੀਆਂ ਵਿਧੀਆਂ, ਮੈਥਡ ਆਫ ਟੈਕਸੇਸ਼ਨ। ਟੈਕਸ ਕਿਸ ਤਰ੍ਹਾਂ ਲਗਾਇਆ ਜਾਂਦਾ, ਇਸ ਦੇ ਆਧਾਰ 'ਤੇ 2 ਮੈਥਡ ਪ੍ਰਚਲਿਤ ਆ ਪੂਰੇ ਦੁਨੀਆ ਦੇ ਵਿੱਚ। ਫਸਟ ਹੈਗਾ ਵਾ ਸਟੈਪ ਸਿਸਟਮ ਆਫ ਟੈਕਸੇਸ਼ਨ, ਸੈਕਿੰਡ ਹੈਗਾ ਵਾ ਸਲੈਬ ਸਿਸਟਮ ਆਫ ਟੈਕਸੇਸ਼ਨ। ਇੱਕ ਹੈਗੀ ਆ ਕਦਮ ਪ੍ਰਣਾਲੀ, ਦੂਜੀ ਹੈਗੀ ਆ ਸਲੈਬ ਪ੍ਰਣਾਲੀ। ਦੇਖੋ ਜਿਹੜਾ ਸਟੈਪ ਸਿਸਟਮ ਆਫ ਟੈਕਸੇਸ਼ਨ ਹੁੰਦਾ ਵਾ ਇਹਦੇ ਵਿੱਚ ਆਮਦਨ ਦੇ ਵੱਖ-ਵੱਖ ਪੜਾਅ ਨਿਸ਼ਚਿਤ ਕਰ ਲਏ ਜਾਂਦੇ ਆ ਅਤੇ ਲੈਵਲ ਸੈੱਟ ਕਰ ਲੈਂਦੇ ਆ, ਅਤੇ ਇੱਕ ਲੈਵਲ ਤੱਕ ਟੈਕਸ ਦੀ ਦਰ ਕੁਝ ਹੋਰ ਹੁੰਦੀ ਆ, ਪਰ ਜੇ ਉਸ ਤੋਂ ਵੱਧ ਆਮਦਨ ਹੋ ਜਾਵੇ ਤਾਂ ਕਰ ਦੀ ਦਰ ਪੂਰੀ ਆਮਦਨ ਦੇ ਲਈ ਵੱਧ ਜਾਂਦੀ ਹੈ। ਇਸ ਲਈ ਇਸ ਮੈਥਡ ਦੇ ਵਿੱਚ ਕਰ ਦੀ ਦਰ ਦੇ ਵਿੱਚ ਆਮਦਨ ਦੇ ਅਕੋਰਡਿੰਗਲੀ ਚੇਂਜ ਹੁੰਦਾ ਰਹਿੰਦਾ ਵਾ। ਸੋ ਜਿਵੇਂ ਅਸੀਂ ਫੋਲੋਇੰਗ ਟੇਬਲ ਤੋਂ ਇਹਨੂੰ ਸਮਝਦੇ ਹਾਂ। ਸੋ ਇਹ ਰੇਟ ਦਿੱਤੇ ਆ ਵਿੱਤੀ ਸਾਲ 19-20, ਕਰ ਨਿਰਧਾਰਨ ਸਾਲ 20-21 ਦੇ ਲਈ। ਦੇਖੋ ਸਟੈਪ ਆਫ ਇਨਕਮ, ਜੇ ਇਨਕਮ 2 ਲੱਖ ਤੱਕ ਹੈ ਤਾਂ ਕੋਈ ਟੈਕਸ ਨਹੀਂ ਲੱਗੇਗਾ, ਨਿਲ ਆ ਕਰ ਦੀ ਦਰ। ਹੁਣ ਇਨਕਮ ਜੇ 5 ਲੱਖ ਤੱਕ ਹੋ ਗਈ, ਯਾਨੀ 5 ਲੱਖ ਤੋਂ ਘੱਟ ਆ, 2 ਲੱਖ ਤੋਂ ਜ਼ਿਆਦਾ ਹੋ ਗਈ ਅਤੇ 5 ਲੱਖ ਤੋਂ ਘੱਟ ਆ ਤਾਂ 10% ਲੱਗੂਗਾ ਟੋਟਲ ਇਨਕਮ 'ਤੇ। ਜੇ ਇਨਕਮ 10 ਲੱਖ ਤੱਕ ਆ, ਯਾਨੀ 5 ਲੱਖ ਤੋਂ ਵੱਧ ਹੋ ਗਈ ਅਤੇ 10 ਲੱਖ ਤੱਕ ਆ ਤਾਂ ਪੂਰੀ ਇਨਕਮ 'ਤੇ 20% ਟੈਕਸ ਲੱਗੂਗਾ। ਜੇ ਇਨਕਮ 10 ਲੱਖ ਤੋਂ ਜ਼ਿਆਦਾ ਹੋ ਗਈ ਤਾਂ ਸਾਰੀ ਇਨਕਮ 'ਤੇ 30% ਟੈਕਸ ਲੱਗੂਗਾ। ਇੱਥੇ ਜਿਹੜੀ ਮੇਨ ਗੱਲ ਨੋਟ ਕਰਨ ਵਾਲੀ ਇਹ ਆ ਵੀ ਇਨਕਮ ਪੂਰੀ ਦੇ ਉੱਤੇ ਟੈਕਸ ਰੇਟ ਚੇਂਜ ਹੋ ਰਹੀ ਆ, ਪੂਰੀ ਇਨਕਮ ਦੇ ਉੱਤੇ ਟੈਕਸ ਰੇਟ ਚੇਂਜ ਹੋ ਰਹੀ ਹੈ। ਇਹਦੀ ਐਗਜ਼ਾਮਪਲ ਦੇਖਦੇ ਹਾਂ ਆਪਾਂ। ਸੋ ਇਹਦੇ ਵਿੱਚ 4 ਜਣਿਆਂ ਦੀ ਇਨਕਮ ਦੱਸੀ ਹੈ। A ਦੀ ਆਮਦਨ 1,90,000, B ਦੀ 4,50,000, C ਦੀ 7,50,000 ਅਤੇ D ਦੀ 11 ਲੱਖ। ਹੁਣ ਜਦੋਂ ਅਸੀਂ ਇੱਥੇ ਟੈਕਸ ਕੈਲਕੂਲੇਟ ਕਰਨਾ ਵਾ, ਪਹਿਲਾਂ ਅਸੀਂ ਦੇਖਣਾ 1,90 ਹੈ ਜਿਹੜੀ ਉਹ ਆਮਦਨ ਟੈਕਸ ਸਲੈਬ ਦੇ ਵਿੱਚ ਪਹਿਲੀ ਸਲੈਬ 'ਚ ਆਉਂਦੀ ਹੈ, ਯਾਨੀ 2 ਲੱਖ ਤੋਂ ਘੱਟ। ਦੇਖੋ 2 ਲੱਖ ਤੋਂ ਘੱਟ ਆ ਤਾਂ ਟੈਕਸ ਕਿੰਨਾ ਲੱਗਣਾ, ਨਿਲ। ਇਸ ਕਰਕੇ ਇੱਥੇ ਕੋਈ ਟੈਕਸ ਨਹੀਂ ਹੋਊਗਾ। ਹੁਣ B ਦੀ ਆਮਦਨ 4,50,000 ਆ, ਹੁਣ ਇਹ 2 ਲੱਖ ਤੋਂ ਜ਼ਿਆਦਾ ਵਾ ਪਰ 5 ਲੱਖ ਤੋਂ ਘੱਟ ਆ,
ਇਹਦਾ ਮਤਲਬ ਆਮਦਨ 5 ਲੱਖ ਤੋਂ ਘੱਟ ਹੋਣ ਕਰਕੇ, ਸੋ 5 ਲੱਖ ਤੋਂ ਘੱਟ ਆ ਤਾਂ 10% ਆਫ ਟੋਟਲ ਇਨਕਮ 'ਤੇ ਟੈਕਸ ਲੱਗਣਾ। ਸੋ ਅਸੀਂ ਕੀ ਕਰਾਂਗੇ, ਟੋਟਲ ਆਮਦਨ ਹੈਗੀ ਆ 4,50,000, ਕੁੱਲ ਆਮਦਨ 'ਤੇ ਰੇਟ ਬਟੇ 100 ਕਰਾਂਗੇ 10%। ਸੋ ਮਤਲਬ 10 ਬਟੇ 100 ਗੁਣਾ 4,50,000, 45,000 ਰੁਪਈਏ 'ਤੇ ਟੈਕਸ ਕੈਲਕੂਲੇਟ ਹੋ ਕੇ ਆ ਜਾਏਗਾ। ਹੁਣ ਸੀ ਦੀ ਆਮਦਨ ਸੀਗੀ 10 ਲੱਖ ਰੁਪਈਏ ਤੋਂ ਘੱਟ, ਸੋ ਸੀ ਦੀ ਆਮਦਨ ਹੈਗੀ ਆ 7,50,000 ਰੁਪਈਏ, ਸੋ ਇਹ ਹੈਗੀ ਆ 10 ਲੱਖ ਰੁਪਏ ਤੋਂ ਘੱਟ। ਇਸ ਲਈ ਇਹਦੀ ਟੈਕਸ ਲਾਇਬਿਲਿਟੀ ਹੈ ਜਿਹੜੀ ਟੇਬਲ ਦੇ ਅਕੋਰਡਿੰਗਲੀ 20% ਹੋਊਗੀ ਟੋਟਲ ਇਨਕਮ ਦਾ, 20%, 20% ਹੋ ਗਈ। ਹੁਣ ਫਿਰ ਅਸੀਂ 7,50,000 'ਤੇ 20 ਬਟੇ 100 ਕਰਾਂਗੇ, ਇਹਦਾ ਮਤਲਬ 1.5 ਲੱਖ ਰੁਪਈਆ ਆ ਜਾਊਗਾ। 7,50,000 ਦੀ ਇਨਕਮ ਦੇ ਉੱਤੇ 20% ਦੇ ਅਕੋਰਡਿੰਗਲੀ 1,50,000 ਰੁਪਏ ਟੈਕਸ ਬਣ ਗਿਆ। ਡੀ ਦੀ ਆਮਦਨ 10 ਲੱਖ ਰੁਪਏ ਤੋਂ ਵੱਧ ਆ, 11 ਲੱਖ ਰੁਪਏ ਆਮਦਨ ਸੀਗੀ ਡੀ ਦੀ। ਦੇਖੋ ਡੀ ਦੀ ਆਮਦਨ 11 ਲੱਖ ਹੋਣ ਕਰਕੇ 10 ਤੋਂ ਬਾਅਦ 30% ਟੈਕਸ ਲੱਗੇਗਾ। ਸੋ 11 ਲੱਖ ਦੇ ਉੱਤੇ ਅਸੀਂ 30% ਕੈਲਕੂਲੇਟ ਕਰ ਲਵਾਂਗੇ। ਸੋ ਇਹ ਆ ਗਿਆ ਸਾਡੇ ਕੋਲੇ 3,33,000 ਰੁਪਏ, 3,30,000 ਰੁਪਏ। ਨੈਕਸਟ ਆ ਗਿਆ ਆਪਣੇ ਕੋਲੇ ਕਰ ਆਰੋਪਣ ਦੀ ਸਲੈਬ ਪ੍ਰਣਾਲੀ, ਸਲੈਬ ਸਿਸਟਮ ਆਫ ਟੈਕਸੇਸ਼ਨ, ਜਿਹੜੀ ਇਹਦੇ ਵਿੱਚ ਵੀ ਇਨਕਮ ਦੇ ਡਿਫਰੈਂਟ ਲੈਵਲ ਸੈੱਟ ਕੀਤੇ ਜਾਂਦੇ ਆ ਅਤੇ ਉਸ ਦੇ ਅਕੋਰਡਿੰਗਲੀ ਟੈਕਸ ਲੱਗਦਾ ਵਾ। ਇਹ ਵਿਧੀ ਜ਼ਿਆਦਾਤਰ ਯੂਜ਼ ਕੀਤੀ ਜਾਂਦੀ ਆ ਦੁਨੀਆ ਦੇ ਵਿੱਚ, ਜ਼ਿਆਦਾ ਦੇਸ਼ਾਂ ਦੁਆਰਾ ਇਹੀ ਵਿਧੀ ਯੂਜ਼ ਕੀਤੀ ਜਾਂਦੀ ਆ, ਪਰ ਭਾਰਤ ਵਿੱਚ ਵੀ ਇਹੀ ਮੈਥਡ ਆਪਾਂ ਯੂਜ਼ ਕਰਦੇ ਹਾਂ। ਇਹਦੇ ਵਿੱਚ ਹਰੇਕ ਲੈਵਲ ਦੇ ਤੱਕ ਜਿੰਨੀ ਇਨਕਮ ਆ ਉਹਦੇ ਲਈ ਟੈਕਸ ਦੀ ਦਰ ਹੋਰ ਹੁੰਦੀ ਆ, ਪਰ ਉਸ ਤੋਂ ਵੱਧ ਜੇ ਇਨਕਮ ਹੋ ਜਾਂਦੀ ਆ ਤਾਂ ਵੱਧ ਇਨਕਮ ਦੇ ਲਈ ਟੈਕਸ ਦੀ ਦਰ ਚੇਂਜ ਹੁੰਦੀ ਆ, ਪਰ ਪਹਿਲੀ ਜਿੰਨੀ ਇਨਕਮ ਆ ਉਹਦੇ ਲਈ ਟੈਕਸ ਦੀ ਦਰ ਆ ਜਿਹੜੀ ਉਹ ਸੇਮ ਹੀ ਰਹਿੰਦੀ ਆ। ਮਤਲਬ ਟੋਟਲ ਇਨਕਮ 'ਤੇ ਟੈਕਸ ਦੀ ਦਰ ਚੇਂਜ ਨਹੀਂ ਹੁੰਦੀ, ਜਿਹੜੀ ਵੱਧ ਇਨਕਮ ਆ ਉਹਦੇ 'ਤੇ ਵੱਧ ਦਰ ਨਾਲ ਟੈਕਸ ਲੱਗਦਾ ਵਾ। ਸਾਰੀ ਇਨਕਮ ਦੀ ਟੈਕਸ ਦੀ ਦਰ ਨਹੀਂ ਚੇਂਜ ਹੁੰਦੀ। ਜਿਵੇਂ ਟੇਬਲ ਦੇ ਵਿੱਚ ਆ, ਜੇ ਕੋਈ ਇਨਕਮ 2.5 ਲੱਖ ਤੱਕ ਆ ਤਾਂ ਨਿਲ ਟੈਕਸ ਹੋਏਗਾ, ਜੇ 2.5 ਲੱਖ ਤੋਂ 5 ਲੱਖ ਦੇ ਵਿੱਚ ਇਨਕਮ ਆ ਤਾਂ 2.5 ਲੱਖ ਤੱਕ ਤਾਂ ਨਿਲ ਹੀ ਹੋਏਗਾ, ਪਰ ਜਿੰਨੀ 2.5 ਲੱਖ ਤੋਂ ਜ਼ਿਆਦਾ ਵਾ ਇਨਕਮ 5 ਲੱਖ ਤੱਕ ਉਹ 'ਤੇ 5% ਹੋਏਗਾ। ਜੇ 5 ਤੋਂ 10 ਦੇ ਵਿੱਚ ਇਨਕਮ ਆ ਤਾਂ ਪਹਿਲਾਂ 2.5 ਲੱਖ ਤੱਕ ਨਿਲ ਹੀ ਹੋਏਗਾ 5%, 2.5 ਲੱਖ ਤੋਂ ਜ਼ਿਆਦਾ ਇਨਕਮ 'ਤੇ ਹੋਏਗਾ 20%, 5 ਲੱਖ ਤੋਂ ਜਿੰਨੀ ਆ ਜ਼ਿਆਦਾ ਇਨਕਮ ਆ ਉਹਦੇ 'ਤੇ ਟੈਕਸ ਲੱਗੇਗਾ। ਜੇ 10 ਲੱਖ ਤੋਂ ਜ਼ਿਆਦਾ ਇਨਕਮ ਆ ਤਾਂ ਪਹਿਲਾਂ ਤਾਂ 10 ਲੱਖ ਤੱਕ ਉੱਪਰ ਦਿੱਤੇ ਅਨੁਸਾਰ ਹੀ ਟੈਕਸ ਲੱਗੂਗਾ, ਉਸ ਤੋਂ ਬਾਅਦ 10 ਲੱਖ ਤੋਂ ਜਿੰਨੀ ਇਨਕਮ ਆ ਉਹਦੇ 'ਤੇ 30% ਟੈਕਸ ਲੱਗੇਗਾ। ਸੋ ਉਹਨੂੰ ਐਗਜ਼ਾਮਪਲ ਨਾਲ ਦੇਖਦੇ ਹਾਂ। ਦੇਖੋ 60 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਲਈ ਕਰ ਦੀ ਦਰਾਂ ਦਿੱਤੀਆਂ ਵਾ। ਏ ਦੀ ਇਨਕਮ 2 ਲੱਖ ਆ, ਦੇਖੋ 2 ਲੱਖ ਇਨਕਮ ਆ ਜਿਹੜੀ 2.5 ਲੱਖ ਰੁਪਏ ਤੋਂ ਘੱਟ ਆ, ਇਸ ਕਰਕੇ ਕੋਈ ਟੈਕਸ ਨਹੀਂ ਲੱਗੇਗਾ। ਬੀ ਦੀ ਇਨਕਮ 4 ਲੱਖ ਆ, 4 ਲੱਖ ਇਨਕਮ 2.5 ਤੋਂ 5 ਲੱਖ ਦੇ ਵਿੱਚ ਆ ਜਾਂਦੀ ਆ, ਇਸ ਕਰਕੇ ਜਦੋਂ ਅਸੀਂ 20 ਦੀ ਇਨਕਮ ਕੈਲਕੂਲੇਟ ਕਰਨ ਲੱਗਦੇ ਹਾਂ ਤਾਂ ਪਹਿਲਾਂ ਇਨਕਮ 2.5 ਲੱਖ ਤੱਕ ਕੋਈ ਟੈਕਸ ਨਹੀਂ ਲੱਗੇਗਾ, ਫਿਰ 2.5 ਲੱਖ ਤੋਂ 4 ਲੱਖ ਦੇ ਵਿੱਚ 1.5 ਲੱਖ 'ਤੇ ਅਸੀਂ 5% ਦੇ ਹਿਸਾਬ ਨਾਲ ਕੈਲਕੂਲੇਟ ਕਰਾਂਗੇ ਟੈਕਸ। ਦੈਨ ਸੀ ਦੀ ਇਨਕਮ 7 ਲੱਖ ਰੁਪਈਏ ਆ ਗਈ, 7 ਲੱਖ ਰੁਪਈਏ ਆ ਗਈ, ਤਾਂ ਇਹਨੂੰ ਅਸੀਂ ਕਿਵੇਂ ਇਹਦੀ ਅਸੀਂ ਲੈਵਲ ਦੇ ਅਕੋਰਡਿੰਗਲੀ ਡਿਵਾਈਡ ਕਰ ਲਾਂਗੇ, ਸਲੈਬ ਦੇ ਅਕੋਰਡਿੰਗਲੀ। ਪਹਿਲਾਂ ਇਨਕਮ 2.5 ਲੱਖ ਤੱਕ ਕੋਈ ਟੈਕਸ ਨਹੀਂ ਲੱਗੇਗਾ, ਫਿਰ 2.5 ਤੋਂ 5 ਲੱਖ ਤੱਕ ਜਿਹੜੀ ਆਪਣੀ ਇਨਕਮ ਆ ਉਹਦੇ 'ਤੇ 5% ਦੇ ਅਕੋਰਡਿੰਗਲੀ ਟੈਕਸ ਲੱਗੇਗਾ। ਫਿਰ 5 ਲੱਖ ਤੋਂ 10 ਲੱਖ ਦੇ ਵਿੱਚ ਇਨਕਮ ਆ, ਕਿਉਂਕਿ ਇਹਦੀ ਜਾਨੀ 7 ਲੱਖ ਇਨਕਮ ਆ ਤਾਂ ਜਿਹੜਾ 7 ਲੱਖ 5 ਲੱਖ ਤੋਂ 2 ਲੱਖ ਵੱਧ ਆ ਉਹ 'ਤੇ 20% ਟੈਕਸ ਲੱਗੇਗਾ, 40,000 ਹੋ ਜਾਏਗਾ। ਫਿਰ ਅਸੀਂ ਟੈਕਸ ਨੂੰ ਜੋੜ ਲੈਣਾ, ਟੋਟਲ ਟੈਕਸ 52,500 ਆ ਜਾਏਗਾ। ਡੀ ਦੀ ਇਨਕਮ ਟੋਟਲ 10 ਲੱਖ ਰੁਪਈਏ ਆ, ਇਹਦੀ ਕੈਲਕੂਲੇਟ ਕਰਨੀ ਹੈ ਜਦੋਂ ਇਨਕਮ, ਕਿਉਂਕਿ ਇਹਦੀ ਇਨਕਮ 12 ਲੱਖ ਸੀਗੀ ਤਾਂ ਪਹਿਲੀ 2.5 ਲੱਖ 'ਤੇ 0, ਫਿਰ 2.5 ਲੱਖ ਤੋਂ 5 ਲੱਖ 'ਤੇ 5%, ਯਾਨੀ 5 ਲੱਖ 'ਤੇ 2.5 ਲੱਖ 'ਤੇ 5% 12,500, ਫਿਰ 5 ਤੋਂ 10 ਲੱਖ 'ਤੇ 20% 1 ਲੱਖ ਰੁਪਈਆ, ਫਿਰ 10 ਤੋਂ ਵੱਧ ਆ 2 ਲੱਖ, ਯਾਨੀ 12 ਲੱਖ ਆ ਨਾ, 12 ਮਾਈਨਸ 10 2 ਲੱਖ ਦੇ ਉੱਤੇ 30% 60,000 ਆ ਗਈ। ਸੋ ਟੋਟਲ ਹੋ ਜਾਊਗਾ 1,72,500 ਐਡ ਕਰਕੇ ਹੈਲਥ ਐਂਡ ਐਜੂਕੇਸ਼ਨ ਸੈਸ ਐਕਸਟਰਾ ਲੱਗੇਗਾ। ਸੋ ਹੁਣ ਤੱਕ ਇਹ ਟੋਪਿਕ ਆ, ਅਸੀਂ ਮੈਥਡ ਆਫ ਟੈਕਸ ਪੜ੍ਹੇ। ਇਹ 'ਚੋਂ ਕੁਐਸਚਨ ਕੀ ਬਣਦੇ ਆ, ਪਹਿਲਾਂ ਬਣਦੇ ਆ ਵੀ ਡਿਫਰੈਂਟ ਇਨਕਮ 'ਤੇ ਟੈਕਸ ਕੈਲਕੂਲੇਟ ਕਰਨ ਦੇ ਮੈਥਡ ਕਿੰਨੇ ਆ, 2, ਕਿਹੜੇ? ਇੱਕ ਹੈਗਾ ਸਟੈਪ ਸਿਸਟਮ, ਇੱਕ ਹੈਗਾ ਸਲੈਬ ਸਿਸਟਮ। ਕਿਹੜਾ ਜ਼ਿਆਦਾ ਯੂਜ਼ ਕੀਤਾ ਜਾਂਦਾ, ਸਲੈਬ ਸਿਸਟਮ।
इंडिया च किहड़ा यूज़ किया जाता वा स्लैब सिस्टम। सो नैक्सट क्वेश्चन ये आउंदा वा प्रैक्टिकल आ जाता वा भी इनकम दित्ती है उहदे ते तुसीं टैक्स कैलकुलेट करना वा। ये क्वेश्चन बनते हैं हुण तक इहदे च। नैक्सट अपने को आ गया कर दियां दरां डिफरेंट परसनस दे लई डिफरेंट टाइप ऑफ असैसी दे लई डिफरेंट टैक्स दे रेट्स हुंदे आ। सो ये ਜਿਹੜੇ बजट ਦੇ ਵਿੱਚ ਅਨਾਉਂਸ ਕੀਤੇ ਜਾਂਦੇ ਆ। ਸੋ ਅਸੀਂ ਡਿਫਰੈਂਟ ਅਸੈਸੀ ਦੇ ਅਕੋਰਡਿੰਗਲੀ ਇਹਨਾਂ ਨੂੰ ਸਟੱਡੀ ਕਰਾਂਗੇ। ਪਹਿਲਾ ਹੈਗਾ ਇੱਕ ਇੰਡੀਵਿਜੂਅਲ ਅਨਿਵਾਸੀ ਵਿਅਕਤੀ NRI, ਹਿੰਦੂ ਅਪਵਾਜਿਤ ਪਰਿਵਾਰ HUF, ਵਿਅਕਤੀਆਂ ਦੀ ਐਸੋਸੀਏਸ਼ਨ ਆਫ ਪਰਸਨ, ਵਿਅਕਤੀਆਂ ਦੇ ਸਮੂਹ ਬਿਜ਼ਨਸ, ਬੋਡੀ ਆਫ ਇੰਡੀਵਿਜੂਅਲ ਅਤੇ ਬਣਾਵਟੀ ਅਦਾਲਤੀ ਵਿਅਕਤੀ, ਬਣਾਵਟੀ ਆਰਟੀਫਿਸ਼ੀਅਲ ਜੁਡੀਸ਼ੀਅਲ ਪਰਸਨ। ਇਹਨਾਂ ਦੇ ਸੰਬੰਧ ਦੇ ਵਿੱਚ ਰੇਟਸ ਆ। ਇਹਨਾਂ ਦੇ ਲਈ ਇਹਨਾਂ ਦੀ ਏਜ ਦੇਖੀ ਜਾਊਗੀ। ਜੇ ਇੱਕ ਵਿਅਕਤੀ ਦੀ ਉਮਰ 60 ਸਾਲ ਤੋਂ ਘੱਟ ਆ ਤਾਂ ਉਹਦੇ ਲਈ ਰੇਟਸ ਆ ਜਿਹੜੇ ਉਹ ਇਸ ਤਰ੍ਹਾਂ ਹੋਣਗੇ। ਇਨਕਮ 2.5 ਲੱਖ ਆ ਤਾਂ ਕੋਈ ਟੈਕਸ ਨਹੀਂ ਲੱਗੇਗਾ ਜੇ 2.5 ਲੱਖ ਤੱਕ ਆ ਤਾਂ। ਜੇ ਇਨਕਮ 5 ਲੱਖ ਤੋਂ 2.5 ਤੋਂ 5 ਲੱਖ ਦੇ ਵਿੱਚ ਆ ਪਹਿਲੇ 2.5 ਲੱਖ 'ਤੇ ਤਾਂ ਕੋਈ ਟੈਕਸ ਨਹੀਂ ਲੱਗੇਗਾ। ਜਿੰਨੀ ਇਨਕਮ ਵਧੇਗੀ ਉਹ 'ਤੇ 5% ਲੱਗੇਗਾ। ਜੇ 5 ਤੋਂ 10 ਲੱਖ ਤੱਕ ਇਨਕਮ ਚਲੇ ਜਾਂਦੀ ਆ ਤਾਂ 2.5 ਲੱਖ ਤੱਕ ਨਿਲ, ਫਿਰ 2.5 ਤੋਂ 5 ਤੱਕ 5% ਅਤੇ 5 ਤੋਂ 10 ਦੇ ਵਿੱਚ ਜਿੰਨੀ ਇਨਕਮ ਐਡੀਸ਼ਨਲ ਬਣਦੀ ਆ 5 ਤੋਂ ਉੱਪਰ ਉਹ 'ਤੇ 20%। ਇੱਦਾਂ ਹੀ 10 ਲੱਖ ਤੋਂ ਜ਼ਿਆਦਾ ਹੋ ਜਾਂਦੀ ਆ ਤਾਂ ਪਹਿਲਾਂ 3 ਤਾਂ ਉਸੇ ਤਰ੍ਹਾਂ ਹੀ ਲੱਗਣਗੇ। ਉਸ ਤੋਂ ਬਾਅਦ 10 ਤੋਂ ਜਿੰਨੀ ਆਮਦਨ ਉਹ 'ਤੇ 30% ਹੋਏਗਾ। ਫਿਰ ਜੋ ਟੈਕਸ ਆਏਗਾ ਉਹਨੂੰ ਐਡ ਕਰ ਲਿੱਤਾ ਜਾਵੇਗਾ। ਜੇ ਵਿਅਕਤੀ ਦੀ ਉਮਰ 60 ਸਾਲ ਤੋਂ ਵੱਧ ਪਰ 80 ਸਾਲ ਤੋਂ ਘੱਟ ਆ ਤਾਂ ਇਹਦੇ 'ਚ ਮਾਈਨਰ ਜਿਹਾ ਚੇਂਜ ਆ। ਜਿਹੜੀ ਨਿਲ ਸਲੈਬ ਵਾਲੀ ਆ ਉਹ ਨਿਲ ਸਲੈਬ ਹੁਣ ਵੱਧ ਕੇ 3 ਲੱਖ ਰੁਪਏ ਤੱਕ ਹੋ ਜਾਏਗੀ। ਯਾਨੀ ਕਿ ਇਨਕਮ ਅਪ ਟੂ 3 ਲੱਖ 'ਤੇ ਕੋਈ ਟੈਕਸ ਨਹੀਂ ਲੱਗੇਗਾ। ਜੇ 3 ਲੱਖ ਤੋਂ 5 ਲੱਖ ਦੇ ਵਿੱਚ ਇਨਕਮ ਆ ਜਾਂਦੀ ਆ 3 ਲੱਖ 'ਤੇ ਕੋਈ ਟੈਕਸ ਨਹੀਂ ਲੱਗੇਗਾ। 3 ਲੱਖ ਤੋਂ ਉੱਪਰ ਜਿੰਨੀ ਇਨਕਮ ਆ 5 ਲੱਖ ਉਹਦੇ ਤੱਕ 5% ਟੈਕਸ ਲੱਗੇਗਾ। ਜੇ ਇਨਕਮ 5 ਤੋਂ 10 ਲੱਖ ਦੇ ਵਿੱਚ ਆ ਜਾਂਦੀ ਆ 2.5 ਲੱਖ 'ਤੇ ਨਿਲ, 3 ਤੋਂ 5 ਦੇ ਵਿੱਚ 2 ਲੱਖ ਦੇ ਉੱਤੇ 5% ਅਤੇ 5 ਤੋਂ ਉੱਪਰ ਜਿੰਨੀ ਆਮਦਨ ਆ ਉਹਦੇ 'ਤੇ 20% ਲੱਗੇਗਾ। ਜੇ ਆਮਦਨ 10 ਲੱਖ ਤੋਂ ਉੱਪਰ ਚਲੇ ਜਾਂਦੀ ਹੈ ਤਾਂ ਉੱਪਰ ਦਿੱਤੇ ਅਨੁਸਾਰ 10 ਲੱਖ ਤੱਕ ਟੈਕਸ ਲੱਗੇਗਾ ਅਤੇ 10 ਲੱਖ ਤੋਂ ਵੱਧ ਜਿਹੜੀ ਆਮਦਨ ਆ ਉਹਦੇ 30% ਟੈਕਸ ਲੱਗੇਗਾ। ਅਤੇ 80 ਸਾਲ ਤੋਂ ਵੱਧ ਵਿਅਕਤੀ ਦੇ ਲਈ ਇਹਦੇ ਵਿੱਚ ਵੀ ਨੀਲ ਟੈਕਸ ਦੇ ਲਈ ਇਨਕਮ ਚੇਂਜ ਆ। ਹੁਣ ਜਿਹੜੀ ਵਿਅਕਤੀ ਦੀ ਉਮਰ 80 ਸਾਲ ਤੋਂ ਵੱਧ ਆ 5 ਲੱਖ ਤੱਕ ਇਨਕਮ 'ਤੇ ਉੱਤੇ ਕੋਈ ਟੈਕਸ ਨਹੀਂ ਲੱਗੇਗਾ। ਫਿਰ 5 ਲੱਖ ਤੋਂ 10 'ਤੇ ਸੇਮ ਹੀ ਆ ਵੀ 20% ਜਿੰਨੀ ਇਨਕਮ 5 ਲੱਖ ਤੋਂ ਵੱਧ ਆ ਉਹ 'ਤੇ ਟੈਕਸ ਲੱਗੇਗਾ। ਜੇ 10 ਲੱਖ ਤੋਂ ਵੱਧ ਆ ਤਾਂ 10 ਲੱਖ ਤੱਕ ਤਾਂ ਉੱਦਾਂ ਹੀ ਟੈਕਸ ਲੱਗੇਗਾ। 5 ਲੱਖ ਤੱਕ 0, 5 ਤੋਂ 10 ਲੱਖ ਦੇ ਵਿੱਚ 20% ਅਤੇ 10 ਤੋਂ ਵੱਧ ਆ ਉਹ 'ਤੇ 30% ਟੈਕਸ ਲੱਗੇਗਾ। ਸੋ ਇਹਦੇ ਵਿੱਚ ਇੱਕ ਕੰਡੀਸ਼ਨ ਹੋਰ ਆ ਵੀ ਜੇ ਕਿਸੇ ਨਿਵਾਸੀ ਯਾਨੀ ਰੈਜ਼ੀਡੈਂਟ ਹੋਣਾ ਚਾਹੀਦਾ, ਇੰਡੀਆ ਦਾ ਰੈਜ਼ੀਡੈਂਟ ਵਿਅਕਤੀ ਆ, ਜੇ ਉਹਦੀ ਇਨਕਮ ਆ ਜਿਹੜੀ 5 ਲੱਖ ਤੋਂ ਘੱਟ ਬਣਦੀ ਆ, ਕਿਹੜੀ ਇਨਕਮ? ਟੈਕਸੇਬਲ ਇਨਕਮ। ਜੇ ਇੱਕ ਵਿਅਕਤੀ ਦੀ ਟੈਕਸੇਬਲ ਇਨਕਮ 5 ਲੱਖ ਤੋਂ ਘੱਟ ਬਣਦੀ ਆ ਤਾਂ ਇਨਕਮ ਟੈਕਸ ਦੀ ਪ੍ਰੋਵੀਜ਼ਨ ਦੇ ਅਕੋਰਡਿੰਗਲੀ ਇਨਕਮ ਟੈਕਸ ਦੇ ਸੈਕਸ਼ਨ 87A ਦੇ ਅਕੋਰਡਿੰਗਲੀ ਉਸ ਵਿਅਕਤੀ ਨੂੰ ਆਪਣੀ ਆਮਦਨ ਦੇ ਬਣਦੇ 100% ਟੈਕਸ ਜਾਂ 12,500 ਜਿਨ੍ਹਾਂ 'ਚੋਂ ਜਿਹੜਾ ਵੀ ਘੱਟ ਹੋਵੇ ਉਹ 'ਤੇ ਛੋੜ ਦਿੱਤੀ ਜਾਊਗੀ। ਹੁਣ ਇਹਨੂੰ ਸਮਝੋ, ਮਤਲਬ ਜੇ ਕਿਸੇ ਵਿਅਕਤੀ ਦੀ ਟੈਕਸੇਬਲ ਇਨਕਮ 5 ਲੱਖ ਤੋਂ ਘੱਟ ਆ, ਮੰਨ ਲਓ ਉਹਦੀ ਟੈਕਸ ਇਨਕਮ 3 ਲੱਖ ਆ ਤਾਂ 3 ਲੱਖ 'ਤੇ 5% ਟੈਕਸ ਬਣਦਾ ਵਾ 2500 ਰੁਪਈਆ। ਫਿਰ ਇਹਨੂੰ 2500 ਰੁਪਏ ਦੀ ਛੂਟ ਮਿਲੇਗੀ। 2500, 12,500 ਜਿਹੜੀ ਘੱਟ ਆ 2500। ਪਰ ਜੇ ਇਹਦੀ ਇਨਕਮ 5 ਲੱਖ ਹੀ ਬਣਦੀ ਆ ਪੂਰੀ ਤਾਂ 5 ਲੱਖ 'ਤੇ ਟੈਕਸ 12,500 ਬਣਦਾ ਵਾ ਤਾਂ ਇਹਨੂੰ ਫਿਰ 12,500 ਤੱਕ ਛੂਟ ਮਿਲ ਜੇਗੀ। ਜੇ ਇੱਦਾਂ ਹੀ ਆਪਾਂ ਕਰੀਏ ਵੀ ਜੇ ਇਨਕਮ ਇਹਦੀ 4.5 ਲੱਖ ਆ ਤਾਂ 2.5 ਲੱਖ ਤੱਕ ਨਿਲ ਲਾ ਕੇ 2.5 ਤੋਂ 4.5 ਤੱਕ 2 ਲੱਖ 'ਤੇ 5% ਬਣਾਈਏ ਤਾਂ 10,000 ਬਣਦਾ ਵਾ। ਤਾਂ 10,000 ਅਤੇ 12,500 ਵਿੱਚੋਂ ਜਿਹੜੀ ਘੱਟ ਹੋਊ ਯਾਨੀ 10,000 ਦੀ ਛੂਟ ਮਿਲੇਗੀ। ਯਾਨੀ ਵੱਧੋ ਵੱਧ ਛੂਟ 87A ਦੇ ਅਕੋਰਡਿੰਗਲੀ 12,500 ਮਿਲ ਸਕਦੀ ਹੈ। ਅਤੇ ਉਸ ਤੋਂ ਇਲਾਵਾ ਵੀ ਹਰੇਕ ਵਿਅਕਤੀ ਹੈ ਜਿਹੜਾ ਉਹਨੂੰ ਸਰਚਾਰਜ ਦੇਣਾ ਪਊਗਾ। ਜੇ ਉਹਦੀ ਇਨਕਮ 50 ਲੱਖ ਤੋਂ ਜ਼ਿਆਦਾ ਹੋ ਜਾਏ ਤਾਂ 10% ਦੇ ਹਿਸਾਬ ਨਾਲ, ਜੇ ਇਨਕਮ ਉਹਦੀ 1 ਕਰੋੜ ਤੋਂ ਜ਼ਿਆਦਾ ਹੋ ਜਾਏ ਤਾਂ 15% ਦੇ ਹਿਸਾਬ ਨਾਲ ਸਰਚਾਰਜ ਦੇਣਾ ਪਏਗਾ। ਹੈਲਥ ਐਂਡ ਐਜੂਕੇਸ਼ਨ ਟੈਕਸ ਸਾਰਿਆਂ 'ਤੇ ਲੱਗੂਗਾ। ਉਹਦੀ ਜਿਹੜੀ ਦਰ ਆ ਰੇਟ ਆ ਉਹ 4% ਆ ਅਤੇ ਜਦੋਂ ਟੈਕਸ ਦੀ ਪੇਮੈਂਟ ਕਰਨੀ ਆ ਤਾਂ ਇਹਦੇ ਵਿੱਚ 4% ਜੋੜ ਕੇ ਕਰਨੀ ਆ। ਵਪਾਰ ਲਈ ਕਰਦੀਆਂ ਤਰ੍ਹਾਂ ਟੈਕਸ ਰੇਟ ਫੋਰ ਬਿਜ਼ਨਸ ਦੇ ਲਈ ਬਿਜ਼ਨਸ ਦੇ ਵਿੱਚ ਪਹਿਲਾਂ ਆਉਂਦਾ ਕੋਆਪਰੇਟਿਵ ਸੁਸਾਇਟੀ ਦੇ 3 ਸਲੈਬ ਆ। ਜੇ ਇਨਕਮ 10,000 ਰੁਪਈਏ ਤੱਕ ਆ ਤਾਂ 10% ਆਫ ਇਨਕਮ। ਜੇ ਇਨਕਮ 10 ਤੋਂ 20,000 ਦੇ ਵਿੱਚ ਹੋ ਜਾਂਦੀ ਹੈ ਤਾਂ ਪਹਿਲੀ 10,000 ਦੇ ਤਾਂ 10% ਹੀ ਆਊਗਾ। 10,000 ਤੋਂ ਉੱਪਰ ਜਿੰਨੀ ਆ 20% ਤੱਕ ਉਹ 'ਤੇ 20% ਆਫ ਇਨਕਮ ਆ ਜਾਊਗਾ। ਯਾਨੀ 20% ਆਫ ਇਨਕਮ ਮੋਰ ਦੈਨ 10,000।
जे 20 तो इनकम बढ़ जाती है फिर सीधा ही 30% ऑफ इनकम मोर दैन 20,000 लगूगा। ये भी स्लैब सिस्टम के अकॉर्डिंगली है। सरचार्ज 20% देना पऊगा जे इनकम 1 करोड़ तो बढ़ गई किसी भी कोऑपरेटिव सोसाइटी की। हैल्थ एंड एजुकेशन सैस तो देना ही पैना 4%। उस तो बाद फर्म और स्थानक सत्ता लई फॉर फर्म एंड लोकल अथॉरिटी इन्हों के लिए जी टैक्स रेट आ सीधी आ फ्लैट 30% होंगे वा। सरचार्ज इन्हों भी देना पऊगा जो इनकम 1 करोड़ तो बढ़ गई तो 12% सरचार्ज देना पैना वा। हैल्थ एंड एजुकेशन सैस 4%। घरेलू या देसी कंपनी लिए कंपनी के लिए टैक्स दी दरां इंपोर्टेंट आ ये इंपोर्टेंट आ। देखो जी कंपनी में दो पार्ट च डिवाइड किया पहले डोमैसटिक कंपनी फिर फॉरन कंपनी। जी डोमैसटिक कंपनी वा उन्होंने अगे दो पार्ट च डिवाइड किया गया वा टर्नओवर के बेस से यानी सेल के बेस से रिसीप्ट के बेस से बिक्री के बेस से। जे किसी कंपनी की बिक्री 2.5 करोड़ या इस तो घट होवे तो उहदे ते टैक्स की दर 25% होगी। पर जे इनकम यानी जे सेल यानी टर्नओवर 2.5 करोड़ तो बढ़ जाए तो टैक्स की दर 30% होगी। इस तो अलावा इन्हों सरचार्ज भी देना पेगा 7% ऑफ टैक्स। सरचार्ज दे विच सरचार्ज है जोड़ा टैक्स से होंगे 7% ऑफ टैक्स देना पऊगा जे टोटल इनकम 1 करोड़ तो ज़्यादा हो जाए। 12% देना आजूगा जे 10 करोड़ तो ज़्यादा हो जाए। हैल्थ एंड एजुकेशन सैस तो देना ही पैना। जे डोमैसटिक कंपनी तो अलावा यानी फॉरन कंपनी के लिए टैक्स की दर आ जी फ्लैट आ 40%। 40% होगा फॉरन कंपनी के लिए। ठीक है जी। जो सू क्वेश्चन आता कंपनी के लिए कर दी दर सू डिटेल च दसना पैना डोमैसटिकली कितना फॉरनली कितना। जे सिंपल क्वेश्चन है डोमैसटिक कंपनी ली या फॉरन कंपनी ली फिर सीधा लिख सकते हैं। इस तो अलावा इन्होंने सरचार्ज भी देना पैंदा वा फॉरन कंपनी को 2% ऑफ टैक्स वेयर टोटल इनकम एक्सीड 1 करोड़। जे 1 करोड़ तो ज़्यादा टोटल इनकम हो जाती है तो 2% सरचार्ज देना पैंदा टैक्स का। तो जे इनकम 10 करोड़ तो ज़्यादा हो जाती है तो 5% देना पऊगा सरचार्ज टैक्स। हैल्थ एंड एजुकेशन सैस तो इन्होंने भी देना पऊगा 4%। यानी ये हैल्थ एंड एजुकेशन सैस सारिਆਂ ਨੂੰ देना पऊगा। उस तो बाद आंदा स्रोत ते कर कटौती दी रेट ऑफ टैक्स डिडक्टेड एट सोर्स। देखो डिफरेंट इनकम ते जिहड़ा ਉਹਨੂੰ पेमेंट करता वा ਜਿਹਨੂੰ ਆਪਾਂ ऑनर कह ਦਿੰਦੇ ਜਾਂ ਭੁਗਤਾਨ ਕਰਤਾ कह ਦਿੰਦੇ ਉਹਦੇ ਲਈ ਇਨਕਮ ਟੈਕਸ ਦੇ ਵਿੱਚ ਪ੍ਰੋਵੀਜ਼ਨ ਆ ਵੀ ਜਦੋਂ ਵੀ ਉਹ ਇਨਕਮ ਡਿਸਟ੍ਰੀਬਿਊਟ ਕਰ ਰਿਹਾ ਯਾਨੀ ਇਨਕਮ ਦਾ ਭੁਗਤਾਨ ਕਰ ਰਿਹਾ ਤਾਂ ਉਹਨਾਂ ਨੂੰ ਸਪੈਸੀਫਿਕ ਇਨਕਮ ਤੇ ਸਪੈਸੀਫਿਕ ਦਰਾਂ ਦੇ ਨਾਲ ਟੈਕਸ ਦੀ ਡਿਡਕਸ਼ਨ ਕਰਨੀ ਪੈਂਦੀ ਆ ਐਟ ਸੋਰਸ। ਉਹਨੂੰ ਕਿਹਾ ਜਾਂਦਾ ਵਾ ਟੈਕਸ ਡਿਡਕਟਡ ਐਟ ਸੋਰਸ। सो टैक्स डिडक्टेड एट सोर्स की हो गया जिहड़ा टैक्स आमदन के स्रोत की थां ते कट्टिया जाता। सो इनकम टैक्स के प्रोविजन आ भी जिहड़ा उस आमदन का भुगतान कर रहा वा उन्हें टैक्स कट्टना होंदा स्पैसीफिक रेट्स के नाल। उहदे लई रेट की आ उहदे रिगार्डिंग टेबल दिता वा। देखो डिफरेंट रेट्स वा डिफरेंट तरह की इनकम के लिए सैलरी लिए 10% आ इंटरस्ट ऑन सिक्योरिटीज़ लिए 10% आ डीम्ड डिविडेंड लिए 10% आ तो इंटरस्ट अदर दैन इंटरस्ट ऑन सिक्योरिटीज़ लिए भी 10% आ। लॉटरी तो क्रॉसवर्ड पजल्ड के लिए 30% आ। विनिंग फ्रॉम हॉर्स रेस लिए 30% आ। बट सबजैक्ट टू आ भी जे वे विनिंग फ्रॉम लॉटरी है दी इनकम 10,000 तो ज़्यादा हो तो विनिंग फ्रॉम हाउस रेस 5,000 तो ज़्यादा हो। तो उस तो बाद आंदा वा कॉन्टैक्ट की इनकम तो जे सिंगल कॉन्टैक्ट 30,000 तो ज़्यादा वा ਤਾਂ देना पऊगा। जे एग्रीगेट 75,000 तो ज़्यादा वा ਤਾਂ TDS होएगा। इंश्योरेंस कमीशन 20,000 तो ज़्यादा आंदा वा तो 10% होंदा वा। HUF तो अदर के लिए डिफरेंट आ इंडिविजुअल तो HUF के लिए तो अदर के लिए। सो इदा ही पेमेंट टू नॉन रेजिडेंट स्पोर्ट्समैन और स्पोर्ट असिस्टेंस 20% आ। रिफंड ऑफ NSSC जे आई आ 2500 तो ज़्यादा रिफंड आई आ तो 20% आ। तो रीपरचेज ऑफ यूनिट बाय म्यूचुअल फंड आ भी 20% आ। कमीशन ऑन सेल ऑफ लॉटरी टिकट आ इतने 10% आ जे इनकम 1,000 तो ज़्यादा वा। कमीशन ऑन ब्रोकेज जे 5,000 तो ज़्यादा वा तो 10% आ। तो रेंट ऑफ मशीनरी जे 1,80,000 तो ज़्यादा वा तो 2% आ। लैंड बिल्डिंग ये 10% आ। ये भी रेंट आ भी जे लैंड बिल्डिंग फर्नीचर से रेंट आंदा। ठीक है जी। जे इनकम 1,80,000 तो ज़्यादा था वो 10%। इस तो इलावा नैक्सट आंदा साढ़े को ट्रांसफर ऑफ इमूवल प्रॉपर्टी अदर दैन एग्रीकल्चर लैंड जे 50 लाख तो ज़्यादा वा तो 1% आ। प्रोफैशनल फीस पेमेंट 30,000 तो ज़्यादा वा तो 10% आ। कमीशन ऑन एक्विजिशन ऑफ इमूवल प्रॉपर्टी जे 2 लाख तो ज़्यादा था 10% आ। कंपनसेशन एक्विजिशन ऑफ इमूवल प्रॉपर्टी जे 2 लाख तो ज़्यादा वा तो 10% आ।
ਇੰਟਰਸਟ ਫਰੋਮ ਐਨ ਇਨਫਰਾਸਟਰਕਚਰ ਬੌਂਡ ਦੇ ਹਿਸਾਬ ਨਾਲ 5% ਆ। ਸੋ ਇਹ ਰੇਟ ਆਫ ਟੈਕਸ ਸੀਗੇ। ਦੇਖੋ ਜਨਰਲੀ ਆਪਾਂ ਇਹਨੂੰ ਕਿਵੇਂ ਯਾਦ ਕਰਦੇ ਹਾਂ, ਜਿੱਥੇ ਤੱਕ ਹੁਣ ਤੱਕ ਦੇਖਿਆ ਵਾ ਜਿੰਨੇ ਵੀ ਪੇਪਰ ਆ ਉਹਦੇ ਵਿੱਚ ਜਿਹੜੇ ਵੀ TDS ਬਾਰੇ ਕੁਐਸਚਨ ਪੁੱਛਿਆ ਜਾਂਦਾ ਵਾ ਵੀ TDS ਰੇਟ ਕਿੰਨੀ ਆ, ਸੋ ਉਹਦਾ ਆਨਸਰ ਤਕਰੀਬਨ 10% ਹੀ ਹੁੰਦਾ, ਕਿਉਂਕਿ ਜ਼ਿਆਦਾਤਰ 10% ਦੇ ਅਕੋਰਡਿੰਗਲੀ ਹੀ ਟੈਕਸ ਕੱਟਿਆ ਜਾਂਦਾ ਵਾ। ਨੈਕਸਟ ਆ ਗਿਆ ਕਰ ਦੇਣਦਾਰੀ ਦੀ ਗਣਨਾ। ਇਹਨੂੰ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਵਰ ਕਰ ਲਾਂਗੇ। ਸੋ ਅੱਜ ਆਪਾਂ ਆਪਣਾ ਲੈਕਚਰ ਇੱਥੇ ਹੀ ਵਾਈਂਡ ਅਪ ਕਰਦੇ ਹਾਂ। ਸੋ ਅੱਜ ਆਪਾਂ ਇਸ ਲੈਕਚਰ ਦੇ ਵਿੱਚ ਕੀ ਕਵਰ ਕੀਤਾ, ਪਹਿਲਾਂ ਅਸੀਂ ਮੈਥਡ ਕੀਤੇ ਆ ਟੈਕਸ ਕੈਲਕੂਲੇਟ ਕਰਨ ਦੇ। ਦੋ ਮੈਥਡ ਹੁੰਦੇ ਆ, ਸਟੈਪ ਸਿਸਟਮ ਅਤੇ ਸਲੈਬ ਸਿਸਟਮ। ਸੋ ਜ਼ਿਆਦਾ ਜਿਹੜਾ ਯੂਜ਼ਡ ਮੈਥਡ ਕਿਹੜਾ ਵਾ, ਸਲੈਬ ਸਿਸਟਮ ਆ। ਇੰਡੀਆ 'ਚ ਕਿਹੜਾ ਯੂਜ਼ ਕੀਤਾ ਜਾਂਦਾ ਵਾ, ਸਲੈਬ ਸਿਸਟਮ ਕੀਤਾ ਜਾਂਦਾ ਯੂਜ਼। ਉਹਦੇ ਅਕੋਰਡਿੰਗਲੀ ਟੈਕਸ ਲਾਇਬਿਲਿਟੀ ਕੈਲਕੂਲੇਟ ਕਰਨੀ ਆ ਅਸੀਂ, ਉਹ ਦੇਖਣੀ ਆ। ਉਸ ਤੋਂ ਅਕੋਰਡਿੰਗਲੀ ਫਿਰ ਅਸੀਂ ਰੇਟ ਆਫ ਟੈਕਸ ਦੇਖੇ ਆ। ਪਹਿਲਾਂ ਇੰਡੀਵਿਜੂਅਲ ਦੇ ਲਈ ਉਹਦੇ ਵਿੱਚ 3 ਕੈਟਾਗਰੀਆਂ ਬਣਦੀਆਂ ਵਾ, 60 ਸਾਲ ਤੋਂ ਘੱਟ, 60 ਤੋਂ 80 ਸਾਲ ਦੇ ਵਿੱਚ ਅਤੇ 80 ਸਾਲ ਤੋਂ ਵੱਧ। ਉਸ ਤੋਂ ਬਾਅਦ ਅਸੀਂ ਬਿਜ਼ਨਸ ਲਈ ਦੇਖਿਆ, ਬਿਜ਼ਨਸ ਦੇ ਲਈ ਫਿਰ ਅਸੀਂ ਦੇਖਿਆ ਕੋਆਪਰੇਟਿਵ ਸੁਸਾਇਟੀ ਦੇ ਲਈ। ਕੋਆਪਰੇਟਿਵ ਸੁਸਾਇਟੀ ਤੋਂ ਬਾਅਦ ਅਸੀਂ ਕੋਆਪਰੇਟਿਵ ਸੁਸਾਇਟੀ ਲਈ ਦੇਖਿਆ। ਕੋਆਪਰੇਟਿਵ ਸੁਸਾਇਟੀ ਤੋਂ ਬਾਅਦ ਅਸੀਂ ਦੇਖਿਆ ਸੀਗਾ ਫਰਮ ਅਤੇ ਲੋਕਲ ਅਥਾਰਟੀ ਦੇ ਲਈ। ਉਸ ਤੋਂ ਬਾਅਦ ਅਸੀਂ ਡੋਮੈਸਟਿਕ ਕੰਪਨੀ ਦੇ ਲਈ, ਫਿਰ ਡੋਮੈਸਟਿਕ ਤੋਂ ਅਦਰ ਯਾਨੀ ਫੋਰਨ ਕੰਪਨੀ ਦੇ ਲਈ। ਸੋ ਇਹਨਾਂ ਦੇ ਅਸੀਂ ਟੈਕਸ ਰੇਟ ਦੇਖੇ ਆ। ਫਿਰ ਰੇਟ ਆਫ TDS ਦੇਖਿਆ ਵੀ ਡਿਫਰੈਂਟ ਇਨਕਮ ਦੇ ਲਈ TDS ਕਿਸ ਰੇਟ ਦੇ ਉੱਤੇ ਕੈਲਕੂਲੇਟ ਕਰਕੇ ਕੱਟਣਾ ਚਾਹੀਦਾ ਵਾ। ਸੋ ਅੱਜ ਦਾ ਇਹੀ ਸੀ ਵੀਡੀਓ। ਥੈਂਕ ਯੂ ਫॉर ਵਾਚਿੰਗ।